ਡੀਐਸਪੀ ਬੁਲਾ ਚੀਕਾ ਤੋਂ ਲੈ ਕੇ ਐਸਪੀ ਕੈਥਲ ਤੋਂ ਲੈ ਕੇ ਡੀਜੀਪੀ ਹਰਿਆਣਾ, ਸੀਐਮ ਹਰਿਆਣਾ, ਹਾਈ ਕੋਰਟ ਸਭ ਜਗ੍ਹਾ ਅਸੀਂ ਜਾ ਕੇ ਆਏ ਹਾਂ ਜੀ। ਸਾਡੀ ਕਿਤੇ ਸੁਣਵਾਈ ਨਹੀਂ ਹੋਈ ਕਿਉਂਕਿ ਪੁਲਿਸ ਪਾਰਟੀ ਉੱਥੇ ਦੀ ਸੀ ਜੋ ਇਨਵੋਲਵ ਸੀ। ਸਾਡੇ ਕੋਲ ਉਹਨਾਂ ਦੇ ਸਬੂਤ ਨੇ, ਸਾਡੇ ਕੋਲ ਰਿਕਾਰਡਿੰਗ ਆ ਉਹਨਾਂ ਦੀ, ਉਹ ਵਿੱਚ ਮਿਲੇ ਹੋਏ ਸੀ। ਤੇ ਸਰ ਜਿੱਥੇ ਪੁਲਿਸ ਆਪ ਵਿੱਚ ਮਿਲੀ ਹੋਵੇ ਤਾਂ ਫਿਰ ਆਮ ਬੰਦੇ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਅਸੀਂ ਸਰ ਹੁਣ ਤਾਂ ਤੁਹਾਡੇ ਵਿੱਚ ਆਏ ਹਾਂ ਵੀ ਤੁਸੀਂ ਸਾਡੀ ਗੁਹਾਰ ਸੁਣੋ ਤੇ ਜੋ ਸੱਚਾਈ ਆ ਉਹ ਅਸੀਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਜੀ। ਅਸੀਂ ਸਾਡੇ ਕੋਲ ਐਵੀਡੈਂਸ ਨੇ। ਪੰਜਾਬ ਪੁਲਿਸ ਵਿੱਚ ਮੌਜੂਦਾ ਏਐਸਆਈ ਦੀ ਭੈਣ ਨੂੰ ਪਿਛਲੇ 4 ਸਾਲ ਤੋਂ ਨਹੀਂ ਮਿਲ ਸਕਿਆ ਇਨਸਾਫ। ਪਰਿਵਾਰ ਖਾ ਰਿਹਾ ਹੈ ਦਰ-ਦਰ ਦੀਆਂ ਠੋਕਰਾਂ। ਡੀਐਸਪੀ ਤੋਂ ਲੈ ਕੇ ਹਾਈ ਕੋਰਟ ਤੱਕ ਗੁਹਾਰ ਲਾਉਣ ਤੋਂ ਬਾਅਦ ਵੀ ਸਾਗਰਦੀਪ ਨੂੰ ਨਹੀਂ ਮਿਲ ਸਕਿਆ ਇਨਸਾਫ। ਉਹੀ ਡੀਐਸਪੀ ਸੁਲਤਾਨ ਸਿੰਘ ਇਸ ਕੇਸ ਦੀ ਝੂਠੀ ਐਫਆਈਆਰ ਲਿਖਣ ਦੇ ਵਿੱਚ ਸ਼ਾਮਿਲ ਸੀ। ਸਾਡੇ ਕੋਲ ਸਬੂਤ ਨੇ ਤੇ ਸਰ ਅਸੀਂ ਉਸਦੀ ਉਹ ਰਿਕਾਰਡਿੰਗ ਲੈ ਕੇ ਹਾਈ ਕੋਰਟ ਪਹੁੰਚੇ ਸੀ ਜੋ ਸਾਨੂੰ ਉੱਥੇ ਕੋਈ ਸੁਣਵਾਈ ਨਹੀਂ ਹੋਈ। ਸਰ ਰਿਕਾਰਡਿੰਗ ਦੇ ਵਿੱਚ एसएचओ इंक्वायरी ऑफिसर रणवीर सिंह खुद कह रहा कि हमने ही ये ऐसे एफआईआर लिख दी थी, हमने स्कूटी नहीं मेंशन की। हमें लगता है कि उसके ना साइड से ऐसे गाड़ी निकली होगी और वो एकदम घबरा गई, पैर नीचे लगाने लगी होगी, उसका पैर मुड़ गया, गिर गई, उसके यहाँ छाती पे रोड़ा लगा और वो मर गई। सर आप बताओ कि रोड़ा लगने से कोई मर गया और ये कैसे हो सकता है? सर उसके बाद हम हाई कोर्ट गए जी। इसके जो रिकॉर्डिंग थी 29 मिनट की रिकॉर्डिंग थी एसएचओ रणवीर सिंह की, वहाँ लेके हम सर पहुँचे। वहाँ सर इन्होंने क्या किया, खुद बचने के लिए अगले 6 महीने के बीच में ये जी सर नीचे सिविल मैजिस्ट्रेट ਦੇ ਵਿੱਚ ਤੇ 182 ਇਹਦੇ ਉੱਪਰ ਹੀ ਲਗਾਤਾ ਕਿ ਸਾਨੂੰ ਸਤਨਾਮ ਸਿੰਘ ਨੇ ਫਾਲਸ ਇਨਫੋਰਮੇਸ਼ਨ ਦਿੱਤੀ ਸੀ। ਹੁਣ ਸਰ ਜੇ ਪੁਲਿਸ ਹੀ ਕਹਿ ਰਹੀ ਹੈ ਕਿ ਉਹ ਫਾਲਸ ਇਨਫੋਰਮੇਸ਼ਨ ਸੀ ਤਾਂ ਫਿਰ ਸੱਚ ਕੀ ਸੀ? ਉਸ ਤੋਂ ਬਾਅਦ ਸਰ ਪੁਲਿਸ ਨੇ ਸੱਚ ਅੱਜ ਤੱਕ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਕਿਉਂਕਿ ਪੁਲਿਸ ਪਾਰਟੀ ਆਪ ਇਸ ਕੇਸ ਦੇ ਵਿੱਚ ਇਨਵੋਲਵ ਆ। ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਤੇ ਜਨਮ ਲੈਣ ਵਾਲੀ ਐਥਲੀਟ ਸਾਗਰਦੀਪ ਕੌਰ ਦੀ 23 ਨਵੰਬਰ 2016 ਨੂੰ ਭੇਦ ਭਰੇ ਹਾਲਾਤਾਂ ਵਿੱਚ ਉਸ ਦੇ ਸਹੁਰੇ ਪਿੰਡ ਚੀਕਾ ਮੰਡੀ ਵਿੱਚ ਹੋਈ ਮੌਤ ਨੂੰ ਲੈ ਕੇ 4 ਸਾਲ ਤੋਂ ਇਨਸਾਫ ਨਾ ਮਿਲਣ ਕਾਰਨ ਦਰ-ਦਰ ਦੀਆਂ ਠੋਕਰਾਂ ਖਾਂਦੇ ਪਰਿਵਾਰ ਨੇ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਦੀ ਹੋਣਹਾਰ ਐਥਲੀਟ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਲਾਈ ਜਾਏ। मैं प्रधानमंत्री ਨੂੰ अपील करना चाहती हाँ, मेरा वीर मेरा माँ बापा वर्गा, मैनू इंसाफ मिले। मेरी बच्ची एडा ना करके गई, सारे देश नूं मान, सानू मान। तो मैं तो प्रधानमंत्री जी तुहाडे कोल यही मंग करती हाँ भी सानू इंसाफ मिलिया जाए। इवें ही मरदियां रहणगीਆਂ गरीब दियां बेटियां, कोई इंसाफ नहीं, कोई सुनाई नहीं हो रही साडी। प्लीज़ साडी सुनाई होई जावे। ਮ੍ਰਿਤਕ ਸਾਗਰਦੀਪ ਦੇ ਮਾਤਾ-ਪਿਤਾ ਨੇ ਸੁਨਾਮ ਵਿੱਚ ਮੀਡੀਆ ਦੇ ਸਾਹਮਣੇ ਭਾਵੁਕ ਹੁੰਦੇ ਹੋਏ ਕਿਹਾ ਕਿ ਜਦ ਉਹਨਾਂ ਦੀ ਬੇਟੀ ਨੇ ਅੰਤਰਰਾਸ਼ਟਰੀ ਲੈਵਲ ਤੇ ਸੋਨੇ ਦਾ ਤਗਮਾ ਲੈ ਕੇ ਦੇਸ਼ ਦਾ ਨਾਂ ਉੱਚਾ ਕੀਤਾ ਸੀ ਤਾਂ ਸਭ ਨੂੰ ਖੁਸ਼ੀ ਹੋਈ ਸੀ, ਲੇਕਿਨ ਉਸ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦੀ ਅਚਾਨਕ ਮੌਤ ਹੋਣ ਦਾ ਕਾਰਨ ਨਹੀਂ ਦੱਸਿਆ ਅਤੇ ਨਾ ਹੀ ਪੁਲਿਸ ਵੱਲੋਂ ਕੋਈ ਜਾਂਚ ਪੜਤਾਲ ਕੀਤੀ ਗਈ। ਇਸ ਕਰਕੇ ਸਾਨੂੰ ਮੀਡੀਆ ਦਾ ਦਰਵਾਜ਼ਾ ਖੜਕਾਉਣਾ ਪਿਆ। 23 ਨਵੰਬਰ 2016 ਨੂੰ ਮੇਰੇ ਮੈਸੇਜ ਕੋਲੇ ਸਤਨਾਮ ਦਾ ਮੈਸੇਜ ਆਇਆ ਵੀ ਸਾਗਰ ਦੀ ਕੋਈ ਅੱਗੇ ਚੀਜ਼ ਆ ਗਈ, ਉਹਦੇ ਵਿੱਚ ਵੱਜਣ ਕਾਰਨ ਉਹਦੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਜੀ ਉਸਨੇ ਫੇਰ ਕਿਹਾ ਵੀ ਅਸੀਂ ਜਾ ਰਹੇ ਸੀ ਤੁਰੇ ਤੇ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਤੇ ਉਹਦੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਜੀ ਅਸੀਂ ਉੱਥੇ ਗਏ ਤੇ ਜਾ ਕੇ ਦੇਖਿਆ ਤੇ ਬੇਟੀ ਦੀ ਡੈਥ ਹੋਈ ਸੀ। ਤੇ ਉਸ ਤੋਂ ਪਹਿਲਾਂ ਇੱਕ ਸਵਰਨਜੀਤ ਆ ਜੀ ਡੀਐਸਪੀ ਸੀ ਉਸ ਟਾਈਮ, ਉਸਨੇ ਆਪਣੀਆਂ ਸਹੇਲੀਆਂ ਨੂੰ ਜਿਹੜੀਆਂ ਉਹਦੀਆਂ ਸੀ ਉਹਨਾਂ ਨੂੰ ਬੋਲ ਕੇ ਮੈਸੇਜ ਕੀਤਾ ਵੀ ਸਾਗਰ ਦੀ ਬਾਥਰੂਮ ਵਿੱਚ ਡਿੱਗ ਕੇ ਮੌਤ ਹੋ ਗਈ। ਉਸ ਤੋਂ ਕੁਝ ਹੀ ਮਿੰਟਾਂ ਬਾਅਦ ਉਸਨੇ ਕਹਿਤਾ ਵੀ ਸਾਗਰ ਸਕੂਟਰੀ 'ਤੇ ਜਾ ਰਹੀ ਸੀ ਤੇ ਉਸ ਦੀ ਸਕੂਟਰੀ 'ਤੇ ਜਾਣ ਕਰਕੇ ਐਕਸੀਡੈਂਟ ਹੋ ਗਿਆ। ਤੇ ਉਸ ਤੋਂ ਬਾਅਦ ਜੀ ਪੁਲਿਸ ਵਾਲਿਆਂ ਨੂੰ ਇਸਨੇ ਐਫਆਈਆਰ 8:30 ਵਜੇ ਦਰਜ ਕਰਾਈ ਜੀ। ਉਹਦੇ ਵਿੱਚ ਜੀ ਗਲਤ ਐਫਆਈਆਰ ਦਰਜ ਪਾਈ ਗਈ ਇਸ ਦੀ। ਉਹਨਾਂ ਨੂੰ ਵੀ ਜਿਹੜੇ ਉੱਥੇ ਏਐਸਆਈ ਸੀਗਾ ਜੀ ਰਣਵੀਰ ਸਿੰਘ, ਉਸਨੇ ਜੀ ਜਿਹੜੀ ਐਫਆਈਆਰ ਸੀ ਉਹ ਵੀ ਗਲਤ ਲਿਖੀ ਜੀ। ਤੇ ਇਸਨੇ ਲਿਖਾਇਆ ਵੀ ਅਸੀਂ ਰਨਿੰਗ ਕਰਦੇ ਜਾ ਰਹੇ ਸੀਗੇ ਤੇ ਮੇਰੀ ਵਾਈਫ ਨੂੰ ਸਾਗਰਦੀਪ ਨੂੰ ਕੋਈ ਗੱਡੀ ਵਾਲਾ ਕਾਰ ਵਾਲਾ ਮਾਰ ਗਿਆ ਤੇ ਮੈਂ ਅੱਗੇ ਸੀ ਤੇ ਪਿੱਛੇ ਆ ਰਹੀ ਸੀ। ਤੇ ਇਸ ਕਰਕੇ ਤੇ ਮੈਂ ਜਦੋਂ ਵਾਪਸ ਆਇਆ ਕਿ ਹੋਰ ਕੋਈ ਵਾਹਨ ਲੈ ਕੇ ਗਿਆ ਤੇ ਫਿਰ ਮੈਂ ਇਸ ਨੂੰ ਟ੍ਰੀਟਮੈਂਟ ਪ੍ਰਾਈਵੇਟ ਹਸਪਤਾਲਾਂ ਵਿੱਚ ਦਿਖਾਇਆ। ਤੇ ਜਦੋਂ ਕਿ ਇਹਦਾ ਫਰਜ਼ ਬਣਦਾ ਸੀ ਸਭ ਤੋਂ ਪਹਿਲਾਂ ਇਹ ਸਰਕਾਰੀ ਹਸਪਤਾਲ ਲੈ ਕੇ ਜਾਂਦਾ। ਤੇ ਸਾਨੂੰ ਤਾਂ ਇਹ ਪੂਰਾ
ਉਹ ਆ ਜੀ ਵੀ ਇਸਨੇ ਸਾਡੀ ਬੇਟੀ ਦਾ ਜਿਹੜਾ ਮਰਡਰ ਕੀਤਾ ਉਹ ਘਰੇ ਹੀ ਕੀਤਾ ਤੇ ਅਸੀਂ ਮੀਡੀਆ ਕੋਲੇ ਆਪਣੀ ਗੁਹਾਰ ਲਵਾਉਣ ਆਇਆ। ਸਾਨੂੰ ਮਰਡਰ ਇੱਦਾਂ ਲੱਗਦਾ ਜਿਹੜੀਆਂ ਇਹਦੀਆਂ FIR ਨੇ ਉਹ ਵੀ ਸਾਰੀਆਂ ਗਲਤ ਸਾਬਤ ਹੋਈਆਂ ਨੇ ਜੀ। ਕੋਰਟ ਨੇ ਇਹਦੀਆਂ FIR ਸਾਰੀਆਂ ਗਲਤ ਸਾਬਤ ਕੀਤੀਆਂ ਨੇ ਜੀ। ਤੇ ਉਸ ਤੋਂ ਬਾਅਦ ਪੋਸਟਮਾਰਟਮ ਨਹੀਂ ਹੋਇਆ ਜੀ? ਪੋਸਟਮਾਰਟਮ ਹੋਇਆ ਸੀਗਾ ਜੀ। ਪੋਸਟਮਾਰਟਮ ਦੇ ਵਿੱਚ ਜੀ ਜਿਹੜੇ ਦਿਖਾਇਆ ਜੀ ਉਹਨਾਂ ਨੇ ਆਪਣੇ ਇੱਥੇ ਜਿਹੜੀਆਂ ਪਸਲੀਆਂ ਸੀ ਦੀਆਂ ਉਹ ਟੁੱਟੀਆਂ ਦਿਖਾਈਆਂ ਜੀ। ਜਦੋਂ ਕਿ ਆਪਾਂ ਦੇਖੀਏ ਜੇ ਐਕਸੀਡੈਂਟ ਹੋਵੇ ਤਾਂ ਉਹਦਾ ਸਾਰਾ ਮਤਲਬ ਵੀ ਉਹ ਹੋਣਾ ਚਾਹੀਦਾ, ਟੁੱਟਣਾ ਚਾਹੀਦਾ। ਉਹਦੇ ਕਿਸੇ ਵੀ ਝਰੀਟ ਨਹੀਂ ਸੀਗੀ ਜੀ ਚਿਹਰੇ ਤੇ, ਇੱਕ ਕਿਸੇ ਤਰ੍ਹਾਂ ਦੀ ਕੋਈ ਝਰੀਟ ਨਹੀਂ ਸੀ, ਕਿਸੇ ਬਾਂਹ 'ਤੇ ਨਹੀਂ ਸੀ, ਕਿਤੇ ਹੱਥਾਂ 'ਤੇ ਨਹੀਂ ਸੀ, ਕਿਤੇ ਪੈਰ 'ਤੇ ਨਹੀਂ ਸੀ। ਸਾਡੀ ਜੀ ਕੋਈ ਗੁਹਾਰ ਨਹੀਂ ਕਿਸੇ ਨੇ ਸੁਣੀ। ਅਸੀਂ ਹਰਿਆਣਾ ਪੁਲਿਸ ਲਵੇ, SP ਲਵੇ, DGP ਲਵੇ, ਆਪਣੇ DSP ਸੁਲਤਾਨ ਸਿੰਘ ਹੁੰਦਾ ਸੀ ਤੇ ਉਹਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸਮਝੌਤਾ ਕਰ ਲਓ। ਤੇ ਇੱਕ ਉੱਥੇ ASI ਸੀਗਾ ਜੀ ਰਣਵੀਰ ਸਿੰਘ, ਉਸਨੇ ਵੀ ਸਾਨੂੰ ਕਿਹਾ ਵੀ ਇਹ ਕੇਸ 'ਚ ਤਾਂ ਕੋਈ ਗੱਲ ਹੈ ਹੀ ਨਹੀਂ ਤੇ ਤੁਸੀਂ ਗਲਤ ਉਹ ਕਰਦੇ ਹੋ, ਉਸਨੇ ਮਾਰੀ ਨਹੀਂ ਹੈ ਤੇ ਤੁਸੀਂ ਉਹ ਕਰੋ। ਅਸੀਂ FIR ਦਰਜ ਕਰਾਉਣ ਗਏ, ਉਹਨਾਂ ਨੇ ਸਾਡੀ FIR ਦਰਜ ਨਹੀਂ ਕੀਤੀ ਜੀ। ਤੇ ਇਸ ਕਰਕੇ ਸਾਨੂੰ ਜੀ ਹੁਣ ਸਾਡਾ ਆਪਣੇ ਮੀਡੀਆ ਦਾ ਸਹਾਰਾ ਲੈਣਾ ਪਿਆ। ਅਸੀਂ ਇਨਸਾਫ ਚਾਹੁੰਦੇ ਜੀ ਤੇ ਸਾਡੀ ਬੇਟੀ ਦਾ ਮਰਡਰ ਹੋਇਆ ਜੀ, ਸਾਨੂੰ ਇਹ ਪੂਰਾ ਡਾਊਟ ਆ ਜੀ। ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਗੁਹਾਰ ਆ ਜੀ ਇਹ ਸਾਨੂੰ ਤੁਸੀਂ ਇਨਸਾਫ ਦਵਾ ਸਕਦੇ ਹੋ ਜੀ। ਹਰਿਆਣਾ ਪੁਲਿਸ ਦੀ ਢਿੱਲੀ ਜਾਂਚ ਕਾਰਨ ਦੋਸ਼ੀ ਸਤਨਾਮ ਸਿੰਘ ਨੇ ਦੂਜਾ ਵਿਆਹ ਤਾਂ ਕਰਵਾ ਲਿਆ, ਪਰ ਆਪਣੀ ਪਤਨੀ ਦੀ ਮੌਤ ਦੇ ਕਾਰਨਾਂ ਨੂੰ ਸਹੀ ਢੰਗ ਨਾਲ ਨਾ ਪੇਸ਼ ਕਰਨ ਕਰਕੇ ਸਵਾਲਾਂ ਦੇ ਘੇਰੇ ਵਿੱਚ ਆਪ ਹੀ ਫਸ ਗਿਆ। ਸਾਗਰਦੀਪ ਦੀ ਭੈਣ ਨੇ ਦੱਸਿਆ ਕਿ ਸਾਗਰਦੀਪ ਦੇ ਪਤੀ ਸਤਨਾਮ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਰਕੇ ਉਸ ਨੂੰ ਮਾਰਿਆ ਗਿਆ। ਸਰ ਸੱਚਾਈ ਇਹ ਹੈ ਜੀ, ਸਭ ਤੋਂ ਪਹਿਲਾਂ ਤਾਂ ਜੀ ਉਹ ਕਦੇ ਇਨਕੁਆਇਰੀ ਲਈ ਨਹੀਂ ਮੰਨਿਆ, ਕਦੇ ਵੀ ਨਹੀਂ ਮੰਨਿਆ ਸਰ। ਅਸੀਂ ਉਸ ਨੂੰ 20 ਦਿਨ ਤੱਕ ਮਨਾਉਂਦੇ ਰਹੇ ਤੇ ਉਹ ਨਹੀਂ ਮੰਨਿਆ। ਅਸੀਂ 20 ਦਿਨ ਬਾਅਦ SP ਕੈਥਲ ਕੋਲ ਗਏ ਸੀ ਕਿ ਦੀਦੀ ਦੀ ਡੈਥ ਤੋਂ 4 ਮਹੀਨੇ ਪਹਿਲਾਂ ਵੀ ਇਸ ਦੀ ਲੜਾਈ ਹੋਈ ਸੀ। ਦੀਦੀ ਨੇ ਇਸ ਦੇ ਕੁਝ ਮੈਸੇਜ ਦੇਖ ਲਏ ਸੀ। ਉਦੋਂ ਸਰ ਇਸਨੇ ਮਾਫੀ ਮੰਗ ਲਈ ਸੀ ਕਿ ਮੇਰੇ ਤੋਂ ਗਲਤੀ ਹੋ ਗਈ, ਮੈਂ ਤਾਂ ਮਜ਼ਾਕ ਕੀਤਾ ਸੀ। ਕਦੇ ਜੋ ਬੰਦਾ ਇਨਕੁਆਇਰੀ ਲਈ ਨਹੀਂ ਮੰਨਿਆ ਸਰ, ਉਸਦੀ ਵਾਈਫ ਉਹ ਕਹਿੰਦਾ ਜੀ ਮੇਰੇ ਸਾਹਮਣੇ ਗੱਡੀ ਹਿੱਟ ਕਰਕੇ ਗਈ। ਜਿਸ ਦੀ ਵਾਈਫ ਉਹਦੇ ਸਾਹਮਣੇ ਗੱਡੀ ਹਿੱਟ ਕਰਕੇ ਗਈ, ਉਸਦੀ ਅੱਗ ਨਹੀਂ ਲੱਗੀ ਕਿ ਮੇਰੀ ਵਾਈਫ ਨੂੰ ਮੇਰੇ ਸਾਹਮਣੇ ਕੋਈ ਮਾਰ ਗਿਆ। ਸਾਨੂੰ ਧਮਕੀਆਂ ਦਿੰਦਾ ਸੀ ਜੀ, ਜੇ ਤੁਸੀਂ ਕੇਸ ਕਰੋਗੇ ਮੈਂ ਤੁਹਾਨੂੰ ਬੱਚਿਆਂ ਨੂੰ ਨਹੀਂ ਮਿਲਣ ਦਊਂਗਾ। ਜਦੋਂ ਸਰ ਇਨਕੁਆਇਰੀ ਹੋਈ ਸੀ ਇਸ ਕੇਸ ਦੀ, 2 ਵਾਰੀ ਇਸ ਕੇਸ ਦੀ ਇਨਕੁਆਇਰੀ ਕਰਾਈ ਆ SP ਕੈਥਲ ਨੇ, ਤੇ ਉਸ ਇਨਕੁਆਇਰੀ ਦੇ ਵਿੱਚ ਪੋਸਟਮਾਰਟਮ ਰਿਪੋਰਟ ਕਿਉਂ ਨਹੀਂ ਚੱਕੀ ਗਈ? ਸਾਡਾ ਇਹੀ ਸਵਾਲ ਹੈ ਜੀ ਕਿ ਸਰ ਮੈਂ ASI ਹਾਂ ਪੰਜਾਬ ਪੁਲਿਸ 'ਚ, ਮੈਨੂੰ 10 ਸਾਲ ਹੋ ਗਏ ਇਸ ਮਹਿਕਮੇ 'ਚ। ਮੈਂ ਕਦੇ ਡਿਊਟੀ ਨਹੀਂ ਕੀਤੀ, ਟ੍ਰੇਨਿੰਗ ਵੀ ਨਹੀਂ ਕੀਤੀ, ਕਿਉਂਕਿ ਸਰ ਮੈਂ ਖੁਦ ਸਪੋਰਟਸ 'ਚ ਹਾਂ। ਪਰ ਮੈਨੂੰ ਇਸ ਮਹਿਕਮੇ 'ਚ ਰਹਿ ਕੇ ਸਰ ਇੰਨਾ ਤਾਂ ਐਕਸਪੀਰੀਅੰਸ ਹੋ ਗਿਆ ਨਾ ਕਿ ਆਪਾਂ ਕਿਸੇ ਕੇਸ ਦੀ ਇਨਕੁਆਇਰੀ ਕਰਦੇ ਹਾਂ, ਮਰਡਰ ਕੇਸ ਦੀ ਜਾਂ ਇੱਦਾਂ ਦੇ ਕੇਸ ਦੀ, ਸਭ ਤੋਂ ਪਹਿਲਾਂ ਸਰ ਆਪਾਂ ਪੋਸਟਮਾਰਟਮ ਰਿਪੋਰਟ ਚੱਕਦੇ ਹਾਂ। ਇੱਕ DSP ਸੁਲਤਾਨ ਸਿੰਘ ਨੇ ਪੋਸਟਮਾਰਟਮ ਰਿਪੋਰਟ ਕਿਉਂ ਨਹੀਂ ਚੱਕੀ? ਪੋਸਟਮਾਰਟਮ ਰਿਪੋਰਟ ਕਹਿ ਰਹੀ ਹੈ ਕਿ ਉਸਦੇ ਸਿਰਫ ਇੱਕ ਇੰਜਰੀ ਸੀ, ਮਲਟੀਪਲ ਰਿਬਸ ਫ੍ਰੈਕਚਰ। ਚਾਹੇ ਸਰ ਗੱਡੀ ਉਸਨੂੰ ਵਾਕ ਕਰਦੇ ਰਨਿੰਗ ਕਰਕੇ ਹਿੱਟ ਕਰਕੇ ਗਈ, ਚਾਹੇ ਸਕੂਟੀ ਤੇ ਹਿੱਟ ਕਰਕੇ ਗਈ, ਗੱਡੀ ਹਿੱਟ ਕਰਕੇ ਗਈ, ਕਿਤੇ ਲੈਗਸ 'ਚ, ਕਿਤੇ ਆਰਮਸ, ਕਿਤੇ ਹੋਰ ਬਾਡੀ ਤੇ ਫ੍ਰੈਕਚਰ ਕਿਉਂ ਨਹੀਂ ਹੈਗਾ? ਕਿਤੇ ਬਾਡੀ ਤੇ ਮਾਰਕ ਨਿਸ਼ਾਨ, ਫੇਸ ਤੇ ਸੂਈ ਦਾ ਵੀ ਨਿਸ਼ਾਨ ਨਹੀਂ ਸੀ। ਮੈਂ ਚਾਹੁੰਦੀ ਹਾਂ ਜੀ ਸੁਲਤਾਨ ਸਿੰਘ DSP SHO ਰਣਵੀਰ ਸਿੰਘ ਨੂੰ ਡਿਸਮਿਸ ਕਰਨਾ ਚਾਹੀਦਾ, ਕਿਉਂਕਿ ਅਸੀਂ 4 ਸਾਲ ਤੋਂ ਅਸੀਂ ਲੜ ਰਹੇ ਹਾਂ। ਇਹ 4 ਸਾਲ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿੰਨਿਆਂ ਨਾਲ ਧੋਖਾ ਕੀਤਾ ਹੋਣਾ। ਸਾਡੀ ਤਾਂ ਜੀ ਬਸ ਹੁਣ ਇਹੀ ਗੁਹਾਰ ਆ ਕਿ ਤੁਸੀਂ ਪਲੀਜ਼ ਸਾਡਾ ਸਾਥ ਦਿਓ, ਸੱਚ ਨੂੰ ਸਾਹਮਣੇ ਲੈ ਕੇ ਆਓ। ਤੇ ਸਰ ਮੈਂ ਇਹਦੇ ਵਿੱਚ ਇਹ ਵੀ ਕਹਿੰਦੀ ਹਾਂ ਕਿ ਇਹ ਇਕੱਲਾ ਨਹੀਂ ਹੈਗਾ, ਇਹਦੇ ਵਿੱਚ ਬਹੁਤ ਵੱਡੇ ਨਾਮ ਹੋਰ ਵੀ ਨਿਕਲਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕੇਸ ਦੁਬਾਰਾ ਖੋਲ ਕੇ ਸਾਗਰਦੀਪ ਨੂੰ ਇਨਸਾਫ ਮਿਲ ਪਾਉਂਦਾ ਹੈ ਜਾਂ ਨਹੀਂ। ਭਾਰਤ ਸੰਦੇਸ਼ ਲਈ ਸੁਨਾਮ ਤੋਂ ਬਲਵਿੰਦਰ ਸਿੰਘ ਦੀ ਰਿਪੋਰਟ।